कहाँ निकल गई मेरिया मैं पिट्टन लग पई उत्थे मैं क्या मेरी बच्ची नहीं दाबिया तू किनू की बन गई ने दाबिया तेरे दे कोल दुश्मन सी ओदे हथों भी खून निकलन दिया ओदा मुंह इत्थे सुज गया ओदा कितना हाल ओदा खून निकलदा पिया सी बस अच्छा ओदा पेट इत्थे मैं क्या दाबिया तू की बन गई भावे जिस तरह दी मर्जी थी इंज मर जाती मैनू सबर होता इस तरह ना मरती इसरा ना मरती मेरी धी इसरा दुश्मन नाल भी ना होवे ਇਹ ਸਾਡੇ ਸਾਹਮਣੇ ਤਾਂ ਨਹੀਂ ਕੀਤੀ ਉਹ ਕਹਿੰਦੇ ਨੇ ਅਸੀਂ ਕੀਤੀ ਹੈ ਇਹਨਾਂ ਨੇ ਪੜਿਆ ਉਹਨੂੰ ਕੋਈ 3-4 ਦਿਨ ਰੱਖਿਆ ਅੱਛਾ ਇਹਨਾਂ ਨੇ ਕੋਈ 7 ਬੰਦੇ ਫੜੇ ਨੇ 7 ਬੰਦੇ ਗ੍ਰਿਫਤਾਰ ਨੇ ਅੱਛਾ ਗ੍ਰਿਫਤਾਰ ਹੋਏ ਸੀ ਉਹ ਸਾਰੇ ਛੁੱਟੇ ਅੱਲਾ ਦੇ ਫੈਸਲੇ ਨੇ ਅੱਲਾ ਦੇ ਫੈਸਲੇ ਮੰਨੇ ਨੇ ਅੱਲਾ ਦੇ ਤੇ ਅੱਲਾ ਦੇ ਰਸੂਲ ਦੀ ਖਿਦਮਤ ਕਰਨੀ ਪਈਆਂ ਇਹ ਇਹਨਾਂ ਦੇ ਮਜ਼ਦੂਰਾਂ ਬੱਚੀਆਂ ਦੀ ਖਿਦਮਤ ਕਰਨੀ ਅੱਲਾ ਸੋਨੇ ਤੂੰ ਦਿੱਤੀਆਂ ਨੇ ਮਹੱਲੇ ਵਾਲੇ ਉਹਨੂੰ ਪੀਰਾਂ ਧਰਮ ਪੂਜਦੇ ਨੇ ਅੱਛਾ ਬੋਤਲਾਂ ਪਲਾ ਰੋਟੀ ਖਵਾ ਕੋਈ ਦਹੀਂ ਭੱਲੇ ਖਵਾ ਰਿਹਾ ਕੋਈ ਕੁਝ ਖਵਾ ਰਿਹਾ ਬੜੀ ਖਿਦਮਤ ਉਹਦੀ ਕਰਦੇ ਨੇ ਨਮਾਜ਼ ਪੜ੍ਹਨੀ ਜੁਮੇ ਦੀ ਨਮਾਜ਼ ਆਖਰੀ ਜੁਮਾ ਅਸੀਂ ਪੜਨ ਗਈਆਂ ਸਾਡੇ ਨਾਲ ਪੜਿਆ ਫਿਰ ਆ ਕੇ ਘਰ ਮੁਸੱਲਾ ਡਾ ਕੇ ਉੱਚੀ ਉੱਚੀ ਪੜ ਕੇ ਪੜਦੀ 50 ਰੁਪਏ ਦੇ ਕੋਲ ਨੇ ਚੀਜ਼ ਲੈਣ ਗਈ ਹੈ ਭੈਣ ਨੇ 50 ਰੁਪਏ ਦਿੱਤੇ ਚੀਜ਼ ਲੈਣ ਗਈ ਹੈ ਮੈਂ ਆ ਜਾਂਦੀ ਅੱਗੇ ਵੀ ਫਿਰ ਟੁਰ ਕੇ ਆ ਜਾਂਦੀ ਸੀ ਆ ਲੀਮਾ ਸਾਹਿਬ ਦੇ ਸਾਡੇ ਇਲਾਕੇ ਦੇ ਨੇ ਇਹਨਾਂ ਨੂੰ ਚਾਹੀਦਾ ਮੇਰੇ ਨਾਲ ਤਾਮਨ ਕਰਕੇ ਮੇਰੇ ਮੁਜਰਮ ਪ੍ਰਾਣ ਉਹਨਾਂ ਨੂੰ ਫਿਰ ਨਕਸ਼ਾ ਦੇਣ ਇਹਨਾਂ ਦੇ ਇਲਾਕੇ ਦਾ ਨਾਮ ਵਧੇ ਕਿ ਵਾਕਈ ਇਹਨਾਂ ਦੇ ਇਲਾਕੇ ਦੇ ਵਿੱਚ ਇਹ ਬੰਦਾ ਖਲੋਤਾ ਹੈ ਇਹਨੇ ਇਹ ਕੰਮ ਕੀਤਾ ਜਾਵੇ व्यूअर्स वीडियो पर आने से पहले हमारे चैनल को सब्सक्राइब कर दें, लाइक कर दें और बेल आइकन के बटन को दबाना मत भूलिएगा। बिस्मिल्लाहिर्रहमानिर्रहीम, आप देख रहे हैं एमपी न्यूज़। मैं हूं आपका होस्ट राना दिलशाद। नाज़रीन, आज आपको मैं मिलवाने जा रहा हूं एक ऐसी फैमिली के साथ जिनकी सारी जिंदगी दुखों से भरी है। इनके घर 4 बेटियां जन्म लेती हैं और चारों ज़हनी मजदूर होती हैं। इनके खामन और ये मिलकर अल्लाह का फैसला समझकर बेटियों को पालते हैं, बड़ा करते हैं। जब बेटी बड़ी होती है तो एक हवस परस्त की हवस का निशाना बन जाती है और वो उसको मार कर शादबाग के गंदे नाले में फेंक देते हैं और उसकी लाश 52 घंटे नाले में रहती है और वो पहचान के काबिल नहीं होती। ये सारा मामला किस तरह हुआ जानते हैं राबिया की माँ से। यकीनी बात है इनसे बात करना इस वक्त बहुत मुश्किल होगा क्योंकि एक माँ है जिसने अपनी बच्ची को 9 माह अपने पेट में रखा और उसके बाद उसका जन्म हुआ तो आज तक वो खुद अपने आप को संभालने के काबिल ना हुई तो इसी माँ ने उनको संभाला। अच्छा माँ जी की होया सी बच्ची किदों घरों गई है? पीरा दे दिन 27 रोजे अच्छा घरों 4:30 बजे नाल निकलदी है। अच्छा पहले गई है भैन कोल 12 वजे गई है आ गई है भैन को चली गई भैन को आई है तो भैन भी नाल आई है तो मैं यही कहा असी सब्जी बनाने पे आ 2-3 मसाइयां रल के सब्जी बना रही कहंदी सामने मसाई कहंदी है तू ना दाबिया तेनू शर्म नहीं आती तू भैन दे घर जाई ते भैन घर रोज जाईदा हुंदा कहंदी के मर जाओ मैं कहा नहीं पुत्तर मर जाओ मैं कहा इस तरह नहीं कहीदा आंटी है तेरी कहंदी है आंटी है तू भी मर मैं कहा इंज नहीं कहीदा ਤੇ ਮੈਂ ਕਿਹਾ ਹੁਣ ਕਿੱਥੇ ਚੱਲੀ ਕਹਿੰਦੀ ਮੈਂ ਚੀਜ਼ ਲੈਣ ਚੱਲੀ ਆ 50 ਰੁਪਏ ਦੇ ਕੋਲ ਨੇ ਚੀਜ਼ ਲੈਣ ਗਈ ਹੈ ਭੈਣ ਨੇ 50 ਰੁਪਏ ਦਿੱਤੇ ਚੀਜ਼ ਲੈਣ ਗਈ ਹੈ ਮੈਂ ਆ ਜਾਂਦੀ ਅੱਗੇ ਵੀ ਫਿਰ ਟੁਰ ਕੇ ਆ ਜਾਂਦੀ ਸੀ ਤੇ ਆ ਕੇ ਚੀਜ਼ ਰੋਟੀ ਪਾਣੀ ਖਾ ਲੈਂਦੀ ਸੀ ਘਰ ਆ ਕੇ ਰੋਜ਼ ਅਫਤਾਰੀ ਘਰ ਇਕੱਠਿਆਂ ਸਾਰਿਆਂ ਬੱਚਿਆਂ ਨੂੰ ਖਾ ਕੇ ਮੈਂ ਖਵਾਉਂਦੀ ਆ ਇਹ ਮੇਰੀ ਵੱਡੀ ਹੈਗੀ ਹੈ 30 ਸਾਲ ਦੀ ਹੈ ਅੱਛਾ ਇਹ ਰਾਬਿਆ ਤੋਂ ਵੱਡੀ ਹੈ ਇਹ ਰਾਬਿਆ ਤੋਂ ਵੀ ਵੱਡੀ ਹੈ ਇਹਦੇ ਤੋਂ ਇੱਕ ਛੋਟੀ ਹੋਰ ਹੈ ਮਾਫੀਆ ਉਹ ਵੀ ਐਸੇ ਤਰ੍ਹਾਂ ਦੇ ਨਹੀਂ ਮਜ਼ਦੂਰ ਹੈ ਉਹ 28 ਸਾਲ ਦੀ ਹੈ 27 ਸਾਲ ਦੀ ਉਸ ਤੋਂ ਛੋਟੀ ਉਹ 22 ਸਾਲ ਦੀ ਹੈ ਅੱਛਾ ਇਹ ਬੋਲ ਨਹੀਂ ਸਕਦੇ ਬੋਲ ਨਹੀਂ ਸਕਦੀਆਂ ਸਿਰਫ ਮਾਮੂ ਕਹਿੰਦੀਆਂ ਨੇ ਅੰਮੀ ਕਹਿੰਦੀਆਂ ਨੇ ਅੱਬੂ ਬਸ 3 ਲਫ਼ਜ਼ ਇਹਨਾਂ ਦੇ ਹੈ ਨੇ ਉਹ ਚੌਥਾ ਲਫ਼ਜ਼ ਨਹੀਂ ਹੈ ਉਹ ਜਿਹੜੀ ਸੀ ਨਾ ਉਹ ਤੇ ਨਮਾਜ਼ ਪੜ੍ਹਨੀ ਜੁਮੇ ਦੀ ਨਮਾਜ਼ ਆਖਰੀ ਜੁਮਾ ਅਸੀਂ ਪੜਨ ਗਈਆਂ ਸਾਡੇ ਨਾਲ ਪੜਿਆ ਫਿਰ ਆ ਕੇ ਘਰ ਮੁਸੱਲਾ ਡਾ ਕੇ ਉੱਚੀ ਉੱਚੀ ਪੜ ਕੇ ਪੜਦੀ ਬੜੀ ਤਲਾਵਤ ਆਪਣੇ ਨੂੰ ਕਰਦੀ ਤਲਾਵਤ ਕਰਦੀ ਸੀ ਤੇ ਆਵਾਜ਼ ਸਹੀ ਆਂਦੀ ਸੀ ਆਵਾਜ਼ ਸਹੀ ਆਂਦੀ ਸੀ ਅੱਲਾਹੁ ਸੱਲੀ ਅਲਾ ਸੈਯਦਨਾ ਵ ਮੌਲਾਨਾ ਇੰਜ ਪੜਦੀ ਹੁੰਦੀ ਸੀ ਸਾਰਿਆਂ ਨੇ ਮਹੱਲੇ ਨਾਲ ਕਹਿੰਦਾ ਵੇ ਅੱਲਾਹੁ ਸੱਲੀ ਅਲਾ ਪੂਰਾ ਪੜ ਲੈਂਦੀ ਲਾ ਇਲਾਹਾ ਇল্লাল্লাহ ਮੁਹੰਮਦ ਰਸੂਲullah ਕਹਿ ਦੇਣਾ ਉਹਨੇ ਕਲਮਾ ਵੀ ਪੂਰਾ ਪੜ ਲੈਂਦੀ ਸੀ ਇਹ ਨਹੀਂ ਪੜਦੀਆਂ ਉਹ ਜਿਹੜੀ ਨਾ ਉਹ ਪੜ ਲੈਂਦੀ ਸੀ ਮਹੱਲੇ ਵਾਲੇ ਉਹਨੂੰ ਪੀਰਾਂ ਧਰਮ ਪੂਜਦੇ ਨੇ ਬੋਤਲਾਂ ਪਲਾ ਰੋਟੀ ਖਵਾ ਕੋਈ ਦਹੀਂ ਭੱਲੇ ਖਵਾ ਰਿਹਾ ਕੋਈ ਕੁਝ ਖਵਾ ਰਿਹਾ ਬੜੀ ਖਿਦਮਤ ਉਹਦੀ ਕਰਦੇ ਨੇ ਉਹ ਇੱਕ ਬਾਬਾ ਦੇ ਆਵੇ ਤੇ ਬਾਬਾ ਉਮਰ ਦਾ ਹੈਗਾ ਸੀ ਤੇ ਉਹਨੂੰ ਅੱਜ ਕਰਕੇ ਚਪੇੜ ਮਾਰੀ ਜਾਂਦੇ ਮੇਰੇ ਨਾਲ ਆਂਦੇ ਪਏ ਸੀ ਬਾਬਾ 10-12 ਦਿਨ ਪਹਿਲੇ ਉਹ ਕਹਿੰਦੀ ਹੈ ਮੈਂ ਉਹਨੂੰ ਬੋਲਣ ਲੱਗੀ ਮੈਂ ਕਿਹਾ ਬਦਤਮੀਜ਼ੀ ਨਹੀਂ ਕਰੀਦੀ ਹੁੰਦੀ ਉਹ ਭਾਈ ਕਹਿੰਦਾ ਤੁਹਾਨੂੰ ਕੋਈ ਤਕਲੀਫ ਹੋਈ ਹੈ ਮੈਂ ਕਿਹਾ ਭਾਜੀ ਇਹਨੇ ਤੁਹਾਨੂੰ ਚਪੇੜ ਕਹਿੰਦਾ ਇਹ ਚਪੇੜ ਨਹੀਂ ਮੈਂ ਕਿੱਥੋਂ ਲੱਖ ਹੋ ਗਿਆ ਇਹਦੀਆਂ ਦੁਆਵਾਂ ਦੇ ਨਾਲ ਮੈਂ
ਤੇ ਕੱਖੋਂ ਲੱਖ ਹੋ ਗਿਆ ਆ, ਮੈਨੂੰ ਅੱਲਾ ਦੀਆਂ ਦੁਆਵਾਂ ਲੱਗੀਆਂ, ਇਹਦੀਆਂ ਦੁਆਵਾਂ ਲੱਗੀਆਂ ਨੇ। ਇਸੇ ਤਰ੍ਹਾਂ ਸਾਰਾ ਦਿਨ ਫਿਰਦੇ ਰਹਿਣਾ ਮਹੱਲੇ 'ਚ, ਲੋਕਾਂ ਨੇ ਆ ਜਾਣਾ ਘਰ ਲੰਮਿਆ ਪੈ ਜਾਣਾ, ਬਹਿ ਜਾਣਾ, ਰੋਟੀ ਖਾ ਲੈਣੀ, ਕੱਪੜੇ ਨਹਾ ਕੇ ਕੱਪੜੇ ਪਾ ਲੈਣੇ। 1 2 3 ਵਾਰੀ ਉਹ ਵਿੱਚ ਵਾਸ਼ਰੂਮ ਕਰ ਲੈਂਦੀ ਸੀ, ਉਹਨੂੰ ਨਵਾਉਣਾ ਧਵਾਉਣਾ, ਕੱਪੜੇ ਪਾਣੇ। ਜ਼ਾਹਿਰ ਗੱਲ ਹੈ ਬੜਾ ਮੁਸ਼ਕਲ ਹੈ, ਤੁਹਾਡੀ ਜ਼ਿੰਦਗੀ ਜਿਹੜੀ ਹੈ ਨਾ ਬੜੀ ਮੁਸ਼ਕਲ ਗੁਜ਼ਰੀ ਹੈ, ਤੇ ਲੇਕਿਨ ਅੱਲਾਹ ਤਾਲਾ ਦਾ ਫੈਸਲੇ ਨੇ, ਅੱਲਾਹ ਦੇ ਫੈਸਲੇ ਨੇ, ਅੱਲਾਹ ਦੇ ਫੈਸਲੇ ਮੰਨੇ ਨੇ, ਅੱਲਾਹ ਦੇ ਤੇ ਅੱਲਾਹ ਦੇ ਰਸੂਲ ਦੀ ਖਿਦਮਤ ਕਰਨੀ ਪਈਆਂ, ਇਹੀ ਇਹਨਾਂ ਦੇ ਮਜ਼ਦੂਰਾਂ ਬੱਚੀਆਂ ਦੀ ਖਿਦਮਤ ਕਰਨੀ। ਅੱਲਾਹ ਸੋਨੇ ਤੂੰ ਦਿੱਤੀਆਂ ਨੇ, ਤੂੰ ਮੈਨੂੰ ਇਹਦੇ ਤਾਂ ਕੀਤੀਆਂ ਨੇ, ਤੇ ਇਹਨਾਂ ਦੀ ਖਿਦਮਤ ਕਰਨੀ ਪਈਆਂ। ਤੇ ਲੋਕੀ ਵੀ ਖਿਦਮਤ ਕਰਦੇ ਨੇ, ਖਾਣ ਪੀਣ ਵਾਨੂੰ ਦਿੰਦੇ ਸੀ, ਮੈਂ ਤੇ ਨਹੀਂ ਕਹਿੰਦੀ। ਬਾਕੀ ਇਹ ਜਿਹੜਾ ਮਹੱਲੇ ਵਾਲੇ ਨੇ ਨਾ, ਉੱਥੋਂ ਤੱਕ 11 ਨੰਬਰ ਗਲੀ ਵਿੱਚ ਸਾਰੇ ਖਿਦਮਤ ਕਰਦੇ ਨੇ, ਉੱਥੋਂ ਤੱਕ ਵੀ। ਮੈਂ ਜਿਸ ਦਿਨ ਗਈ ਹਾਂ ਪੀਰ ਵਾਲੇ ਦਿਨ, ਮੈਨੂੰ ਨਹੀਂ ਲੱਭੀ, ਰੋਜ਼ਾ ਇਫਤਾਰ ਹੋ ਗਿਆ, ਮੈਂ ਕਿਹਾ ਨਹੀਂ ਆਈ, ਮੈਂ ਜਾ ਕੇ ਦੇਖਾਂ ਤੇ ਉਹ ਦੇਖਿਆ ਤੇ ਕੋਈ ਨਹੀਂ ਲੱਭੀ। ਤੇ ਮੈਂ ਕਿਹਾ ਚਲੋ ਬਾਜ਼ਾਰ ਲੱਗਾ, ਕਿਤੇ ਬਾਜ਼ਾਰ 'ਚ ਬੈਠੀ ਹੋਵੇਗੀ, ਉੱਥੇ ਵੀ ਨਹੀਂ ਮੈਨੂੰ ਲੱਭੀ। ਮੈਂ ਦੁਬਾਰਾ, ਮੈਨੂੰ ਕਿਸੇ ਨੇ ਕਿਹਾ ਕਿ ਉਹ ਨਾ ਕਸਾਈ ਦੇ ਫੱਟੇ ਤੇ ਬੈਠੀ ਹੋਈ ਸੀ, ਮੈਂ ਉੱਥੋਂ ਤੱਕ ਗਈ, ਮੈਨੂੰ ਉੱਥੋਂ ਵੀ ਕੋਈ ਨਹੀਂ ਲੱਭੀ। ਮੈਂ ਫੇਰ ਕੇ ਫੇਰ ਆ ਗਈ ਘਰ, ਫੇਰ ਮੈਂ ਇਹਨਾਂ ਨੂੰ ਫੋਨ ਕੀਤਾ, ਮੈਂ ਬੱਚੀ ਨਹੀਂ ਲੱਭਦੀ ਪਈ, ਉੱਥੇ ਹੀ ਹੋਣੀ। ਮੈਂ ਆ ਗਿਆ ਰਸਤੇ 'ਚ, ਮੈਂ ਆਨਾ ਪਿਆ, ਮੈਂ ਆ ਗਈ ਘਰ। ਫਿਰ ਇਹਨਾਂ ਨੇ ਆ ਕੇ ਲੱਭਣਾ ਸ਼ੁਰੂ ਕੀਤਾ, ਘੰਟਾ ਤੇ ਮੈਂ ਵੀ ਲਾ ਆਈ, ਤੇ ਫਿਰ ਇਸ ਤੋਂ ਬਾਅਦ ਇਹ ਆ ਗਏ ਨੇ, ਇਹ ਵੀ ਜੂੰ ਲੱਭਣਗੇ, ਸਾਰੀ ਰਾਤ ਲੱਭਦੇ ਰਹੇ ਨੇ। ਇਹ ਥਾਣੇ ਵੀ ਗਏ ਨੇ, ਉਹਨਾਂ ਨੇ ਕੈਦ ਦੀ ਪੋਸਟਰ ਲਾਵੇ, ਪੋਸਟਰ ਵੀ ਲਾਉਂਦੇ ਰਹੇ ਨੇ, ਸਾਰਾ ਕੁਝ ਕੀਤਾ। ਈਦ ਵਾਲੇ ਦਿਨ ਸਾਡੇ ਕਹਿੰਦੇ ਨੇ 8 ਵਜੇ ਇੱਥੋਂ ਗੁਜਰਪੁਰੇ ਨਾਲੇ ਤੋਂ ਲਾਸ਼ ਚੱਲੀ ਹੈ। ਇਹ ਇੰਜ ਤੈਰਦੀ ਜਾ ਰਹੀ ਹੈ। ਕਿਸੇ ਨੇ 52 ਘੰਟੇ ਲਾਸ਼ ਫਿਰਦੀ ਰਹੀ ਹੈ, ਟਰੈਵਲ ਕਰਦੀ ਰਹੀ, ਕਿਸੇ ਨੇ ਨਹੀਂ ਦੇਖਿਆ। ਪਹਿਲੇ ਕਹਿੰਦੇ ਨੇ 8 ਵਜੇ ਇਹਨਾਂ ਨੇ ਕਾਲ ਚਲਾਈ ਹੈ ਥਾਣੇ 'ਚ ਕਿ ਨਾ ਲਾਸ਼ ਤੈਰਦੀ ਜਾ ਰਹੀ ਹੈ, ਗੁਜਰਪੁਰੇ ਨੇ ਨਹੀਂ ਚੁੱਕੀ, ਲਾਸ਼ ਤੈਰਦੀ ਜਾ ਰਹੀ ਹੈ। ਜਦੋਂ ਸ਼ਾਦਬਾਗ ਵਾਲੇ ਪਾਸੇ ਗਈ ਹੈ ਨਾ, ਉੱਥੋਂ ਲੋਕਾਂ ਨੇ ਸ਼ਾਦਬਾਗ ਵਾਲਿਆਂ ਨੂੰ ਫੋਨ ਕੀਤਾ, ਫਿਰ ਪੁਲਿਸ ਆਈ ਹੈ, ਫਿਰ ਉਹਦੇ ਕੱਢਣ ਵਾਲੇ ਨੇ, ਫਿਰ ਉਹ ਆਏ ਨੇ, ਫਿਰ ਉਹਨਾਂ ਸ਼ਾਦਬਾਗ ਦੇ ਕੋਲੋਂ ਜਾ ਕੇ ਲਾਸ਼ ਕੱਢੀ ਹੈ। ਦੁਨੀਆ ਖੁਦਾਈ ਦੀ ਇਕੱਠੀ ਹੋਈ ਉਧਰ ਨਾਲੇ ਦਾ ਆਸੇ ਪਾਸੇ, ਤੇ ਦੁਨੀਆ ਹੀ ਦਵਾਈ ਪਾਉਂਦੀ ਕਿ ਕਿਸੇ ਬੱਚੇ ਦਾ ਬੱਚਾ ਫੌਤ ਹੋ ਗਿਆ, ਕਿਸੇ ਮਾਂ ਦਾ ਬੱਚਾ ਰੁੜ ਗਿਆ। ਸਾਨੂੰ ਤਲਾ ਆਂਦੀ ਹੈ ਮੁਰਦੇਖਾਨੇ, ਅਸੀਂ ਮੁਰਦੇਖਾਨੇ ਗਏ ਆ, ਘਰ ਨਿਕਲ ਗਈਆਂ ਮੇਰੀਆਂ, ਮੈਂ ਪਿੱਟਣ ਲੱਗ ਪਈ ਉੱਥੇ। ਮੈਂ ਕਿਹਾ ਮੇਰੀ ਬੱਚੀ ਨਹੀਂ ਦਾਬਿਆ, ਤੂੰ ਕਿਹਨੂੰ ਕੀ ਬਣ ਗਈਆਂ ਨੇ, ਦਾਬਿਆ ਤੇਰੇ ਦੇ ਕੋਲ ਦੁਸ਼ਮਣ ਸੀ, ਉੱਥੇ ਦੁਨੀਆ ਇਕੱਠੀ। ਇਹ ਮੇਰਾ ਵੀਰ, ਮੈਂ ਕੀ ਦੱਸਾਂ ਮੇਰੇ ਨਾਲ। ਅੱਲਾਹ ਤਾਲਾ ਤੁਹਾਨੂੰ ਮਾਂ ਜੀ ਸਬਰ ਦੇਣ। ਖਾਨੀਆਂ ਹੋ ਗਈਆਂ ਨੇ ਰੂ ਰੂ ਕੇ, ਭਾਵੇਂ ਜਿਸ ਤਰ੍ਹਾਂ ਦੀ ਮਰਜ਼ੀ ਸੀ ਇੰਜ ਮਰ ਜਾਂਦੀ, ਮੈਨੂੰ ਸਬਰ ਹੁੰਦਾ, ਇਸ ਤਰ੍ਹਾਂ ਨਾ ਮਰਦੀ, ਇਸ ਤਰ੍ਹਾਂ ਨਾ ਮਰਦੀ, ਮੇਰੀ ਧੀ ਇਸ ਤਰ੍ਹਾਂ ਦੁਸ਼ਮਣ ਨਾਲ भी ना हुए। नाज़रीन आप देखें, बच्चियों की मोहब्बत देखें कि दूसरी बच्चियां मजूर हैं, ज़हनी मजूर हैं, लेकिन उनको पता है कि मेरी माँ रो रही है, तो हमने चुप करवाना है उसको। ਉਹਦੇ ਹੱਥੋਂ ਵੀ ਖੂਨ ਨਿਕਲਣ ਡਿਆ, ਉਹਦਾ ਮੂੰਹ ਇੱਥੇ ਸੁੱਜ ਗਿਆ, ਉਹਦਾ ਕਿੰਨਾ ਹਾਲ, ਉਹਦਾ ਖੂਨ ਨਿਕਲਦਾ ਪਿਆ ਸੀ ਬਸ। ਉਹਦਾ ਪੇਟ ਇੱਥੇ। ਮੈਂ ਕਿਹਾ ਰੱਬ ਤੂੰ ਕੀ ਬਣ ਗਈ। ਤੁਸੀਂ ਕਿਸ ਤਰ੍ਹਾਂ ਪਛਾਣਿਆ ਉਹਨੂੰ? ਬਸ ਇਹ ਨਾ ਇੱਥੋਂ ਨਿਸ਼ਾਨ ਤੋਂ, ਨਾਲੇ ਮੂੰਹ ਦੀ ਥੋੜੀ ਜਿਹੀ ਜਿਹੜਾ ਸਹੀ ਸੀ, ਥੋੜਾ ਜਿਹਾ ਜਿਸ ਤੇ ਮੈਂ ਦੇਖਿਆ ਮੂੰਹ ਉਸਲੇ ਸਹੀ ਸੀ, ਬਾਅਦ ਵਿੱਚ ਜਿਹੜਾ ਮੂੰਹ ਹੈ ਨਾ ਇਹ ਵਾਲੇ ਜਗ੍ਹਾ ਤੋਂ ਖੂਨ ਨਿਕਲਦਾ ਪਿਆ ਸੀ, ਕਾਲਾ ਜਿਹਾ ਹੋਇਆ ਜ਼ਾਹਰ ਜਿਕਰ ਤੋਂ ਜਿਹੜੇ ਨਿਕਲੀ ਹੈ ਬਾਹਰ। ਕੋਈ ਰੱਬ ਨੇ ਕੁਦਰਤ, ਰੱਬ ਦੀ ਕੁਦਰਤ ਹੈ ਤੇ ਪੀਰਾਂ ਦੀ ਕੁਦਰਤ ਹੈ ਕਿ ਜਿਨ੍ਹਾਂ ਨੇ ਉਹਦਾ ਚਿਹਰਾ ਥੋੜਾ ਜਿਹਾ ਕਿਹਾ ਕਿ ਇਹ ਸਾਫ਼ ਹੈ, ਤੂੰ ਮਾਂ ਹੈ, ਤੂੰ ਦੇਖ, ਦੁਨੀਆ ਵੀ ਦੇਖ ਲੈ ਤੇ ਤੂੰ ਵੀ ਦੇਖ ਲੈ ਕਿ ਚਿਹਰਾ ਤੇਰਾ। ਜਿਸਲੇ ਬਾਅਦ ਵਿੱਚ ਉਹਨੂੰ ਮੁਰਦੇਖਾਨੇ ਦੇ ਪੋਸਟਮਾਰਟਮ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਚਿਹਰਾ ਦੇਖਣਾ ਨਾ ਨਿਕਾ, ਉਹਦੀਆਂ ਨੀਆਂ ਬਾਹਰ ਆਈਆਂ ਸੀ। ਅੱਛਾ ਤੁਸੀਂ ਲਿਆਂਦੇ ਹੋ, ਦਫਨਾ ਦਿੰਦੇ ਹੋ, ਜਾਂ ਕੋਈ ਰਿਪੋਰਟ ਵੀ ਕਰਵਾਉਂਦੇ ਹੋ? ਰਿਪੋਰਟ ਕਰਾਈ ਹੋਈ, ਪੋਸਟਮਾਰਟਮ ਕਰਾਇਆ ਹੋਇਆ। ਅਸੀਂ ਤਜਾਦ ਕਰਨਾ ਸੀ ਇੱਥੇ ਗੁਜਰਪੁਰੇ 'ਚ, ਇੰਨਾ ਕੁ ਜਨਾਜ਼ਾ ਸੀ ਉਹਦਾ ਕਿ ਬੇਇੰਤਹਾਈ ਕਿੰਨੀ ਕੁ ਦੁਨੀਆ ਹਜ਼ਾਰਾਂ ਦੇ ਹਿਸਾਬ ਤੇ ਆ ਗਈ ਸੀ। ਇਸ ਤਰ੍ਹਾਂ ਸਾਰੀ ਬਲਾ ਕੋਈ ਪਈ। ਈਦ ਵਾਲਾ ਦਿਨ ਸੀ, ਈਦ ਵਾਲਾ ਦਿਨ ਸੀ, ਤੇ ਰਾਤੀ 10 ਵਜੇ ਇਤਜਾਦ ਮਹੱਲੇ ਵਾਲਿਆਂ ਨੇ ਕਿਹਾ ਕਿ ਅਸੀਂ ਤਜਾਦ ਕਰਨਾ, ਇਸ ਤਰ੍ਹਾਂ ਦੀ ਬੱਚੀ ਸਾਡੀ ਮਹੱਲੇ ਦੇ ਵਿੱਚੋਂ ਇੰਜ ਹੋਈਏ, ਅੱਗੋਂ ਨਾ ਹੋਵੇ, ਅਸੀਂ ਤਜਾਦ ਕਰਨਾ। ਉਹਨਾਂ ਦੀ ਬਹਿਸ ਕਰਦਾ ਪਿਆ, ਕਹਿੰਦਾ ਤਜਾਦ ਨਹੀਂ ਕਰਨਾ। ਮਹੱਲੇ ਵਾਲੇ ਕਹਿੰਦੇ ਨੇ ਅਸੀਂ ਪੁਲਿਸ ਵਾਲਿਆਂ ਨੂੰ ਕਹਿੰਦੇ ਅਸੀਂ ਤਜਾਦ ਕਰਨਾ ਹੈ, ਅਸੀਂ ਤੁਹਾਡੇ ਖਿਲਾਫ ਨਹੀਂ ਤਜਾਦ ਕਰਨ ਦੇ, ਅਸੀਂ ਗਵਰਨਮੈਂਟ ਅੱਗੇ ਤਜਾਦ ਕਰਨ ਦੇ ਕਿ ਸਾਡੀ ਬੱਚੀ ਦੇ ਮੁਜਰਮ ਲੱਭਣੇ, ਸਾਨੂੰ ਇਨਸਾਫ ਮਿਲਣਾ ਚਾਹੀਦਾ, ਅਸੀਂ ਤੁਹਾਡੇ ਖਿਲਾਫ ਕੋਈ ਨਹੀਂ। ਜਿਹੜਾ ਨਾ ਇਹ ਸੱਚ ਜਿਹੜਾ ਹੈ ਕਿ ਪਤਾ ਨਹੀਂ ਕੌਣ ਹੈ, ਉਹਨੇ ਹੱਥ ਰੱਖ ਕੇ ਮਈਏ ਦੇ ਉੱਤੇ ਉਹਨੇ ਕਿਹਾ ਮੈਨੂੰ ਇਹਦੀ ਕਸਮ ਲੱਗੇ ਮੈਂ ਵੀ ਐਸੀ ਜਗ੍ਹਾ ਤੇ ਜਾਣਾ ਜਿੱਥੇ ਇਹ ਚੱਲੀ ਹੈ, ਪਰ ਮੈਂ ਤੁਹਾਨੂੰ 2 ਦਿਨਾਂ 'ਚ ਮੁਜਰਮ ਦਵਾਂਗਾ। 2 ਦਿਨਾਂ 'ਚ ਮੁਜਰਮ ਦੇਵਾਂਗਾ, ਜਦਕਿ ਅੱਜ 1.5 ਮਹੀਨਾ ਹੋ ਗਿਆ, ਕੋਈ ਮੁਜਰਮ ਤੁਹਾਡਾ ਮੁਜਰਮ गिरफ्तार नहीं ਹੋਇਆ। सारे वादे कसमां झूठियां साबित होईयां, सब हो गया। जनाजा इन्हां ने मेरे मियां ने कहा पिछे हट जाओ, इन्ना ही दुनिया नूं इन्हें पिछे करके उस पुलिस वाले नूं मान लई गल कि ठीक है, इन्हां ने कह दिता ते पिछे हट जाओ। उन्होंने कहा ठीक है, जनाजा पढ़िया गया। बाद किहनूं मदद दे रही है? अपनी भैन नूं, ओह तस्वीर। अच्छा, ए मेरी भैन। अच्छा अच्छा, ਇਹਨੂੰ ਨਜ਼ਰ ਆਂਦੀ ਨੇ ਇਹ ਇਹਨਾਂ ਇਹ ਕੀ ਕਹਿੰਦੀਆਂ ਨੇ 1.5 ਮਹੀਨਾ ਗੁਜ਼ਰ ਗਿਆ ਅੱਜ। ਇਹ ਰੋਂਦੀਆਂ ਪਿੱਟਦੀਆਂ
ਅੱਛਾ। ਬਾਹਰ ਜਾਂਦੀਆਂ ਨੇ ਵੇਖ ਕੇ ਆਉਂਦੀਆਂ ਨੇ ਬੂ ਉਹਨੂੰ ਆਵਾਜ਼ ਦੇਣੀਆਂ ਬੂ ਕਿਸੇ ਦੇ ਬੂਹੇ ਤੇ ਚਲੀਆਂ ਜਾਣੀਆਂ ਬੂ ਕਿ ਬੂ ਇੱਥੇ ਮੇਰੀ ਭੈਣ ਇੱਥੇ ਮੈਂ ਉਹ ਕਹਿੰਦੀ ਅੱਛਾ ਬੂ ਕਹਿੰਦੇ ਸਨ ਇਹਨੂੰ ਇਹ ਬੂ ਕਹਿੰਦੀ ਅੱਛਾ। ਉਹ ਰਾਬੀਆਂ ਕਹਿੰਦੀ ਏ ਅੱਛਾ ਆਂਟੀ ਜਦੋਂ ਪੋਸਟਮਾਰਟਮ ਰਿਪੋਰਟ ਆਈ ਹੈ ਉਹਦੇ ਵਿੱਚ ਕੀ ਆਇਆ ਕਿ ਕਿਸ ਤਰ੍ਹਾਂ ਮਰੀ ਹੈ ਕੁੜੀ? ਉਹਨਾਂ ਨੇ ਕਿਹਾ 98% ਪਾਣੀ ਹੈ, ਕੋਈ ਪਤਾ ਨਹੀਂ ਲੱਗਾ। ਸ਼ੱਕ ਸਾਨੂੰ ਜਿੱਥੇ 2 ਘੰਟੇ ਬੈਠੀ ਏ ਉਹਨਾਂ ਦੇ ਨਾਲ ਹੋ ਸਕਦਾ ਹੈ ਕੋਈ ਉੱਥੋਂ ਉਹ ਹੀ ਕਿੱਥੇ ਬੈਠੀ ਹੈ 2 ਘੰਟੇ? ਉਹ ਤੰਦੋਲਾ ਨੇ ਚੌਂਕ ਵਿੱਚ ਕੇਬਲ ਵਾਲੇ ਹੈਗੇ ਨੇ ਕੋਈ ਉਹਨਾਂ ਨੇ ਉਹ ਆਪ ਵੀ ਮੰਨਦੇ ਨੇ ਉਹ ਕਹਿੰਦੇ ਨੇ ਬੈਠੀ ਏ ਤੁਹਾਡੇ ਨਾਲ ਰੋਜ਼ਾ ਅਫਤਾਰੀ ਕੀਤੀ ਏ ਖਾਦਾ ਪੀਤਾ 8 ਵਜੇ ਅਸੀਂ ਉਹਨੂੰ ਕਿਹਾ ਕਿ ਤੂੰ ਜਾ ਹੁਣ ਘਰ ਆਪਣੇ। ਅੱਛਾ ਪੁੱਛ-ਗੁੱਛ ਕੀਤੀ ਹੈ ਪੁਲਿਸ ਨੇ ਉਹਨਾਂ ਕੋਲੋਂ? ਇਹ ਸਾਡੇ ਸਾਹਮਣੇ ਤਾਂ ਨਹੀਂ ਕੀਤੀ ਉਹ ਕਹਿੰਦੇ ਨੇ ਅਸੀਂ ਕੀਤੀ ਹੈ। ਇਹਨਾਂ ਨੇ ਪੜਿਆ ਉਹਨੂੰ ਕੋਈ 3-4 ਦਿਨ ਰੱਖਿਆ। ਅੱਛਾ ਇਹਨਾਂ ਨੇ ਕੋਈ 7 ਬੰਦੇ ਫੜੇ ਨੇ। 7 ਬੰਦੇ ਗ੍ਰਿਫਤਾਰ ਨੇ? ਗ੍ਰਿਫਤਾਰ ਹੋਏ ਸੀ ਹੁਣ ਸਾਰੇ ਛੁੱਟੇ ਨੇ। ਸਾਰੇ ਛੱਡ ਦਿੱਤੇ ਨੇ? ਉਹ ਕਿਉਂ ਛੱਡੇ ਨੇ ਉਹਨਾਂ ਨੇ? ਪਤਾ ਨਹੀਂ ਜੀ ਕਹਿੰਦੇ ਸੈਕਸ਼ਨ ਦੇ ਜ਼ਮਾਨਤ ਦੇ ਉੱਤੇ ਛੱਡ ਦਿੱਤੇ ਨੇ। ਅੱਛਾ ਤੇ ਉਹਨਾਂ ਦਾ ਹੁਣ 3 ਦਾ ਡੀਐਨਏ ਹੋਇਆ ਤੇ 4 ਦਾ ਕਹਿੰਦੇ ਨੇ ਕਰਾਣਾ ਹੈ ਦੁਬਾਰਾ। ਅੱਛਾ ਯਾਨੀ ਜਿਹੜੇ ਮੁੰਡੇ ਗ੍ਰਿਫਤਾਰ ਹੋਏ ਨੇ ਉਹਦਾ ਡੀਐਨਏ ਕਰਾ ਰਹੇ ਨੇ ਉਹਨਾਂ ਨੂੰ ਸ਼ੱਕ ਹੈ ਕਿ ਜ਼ਿਆਦਤੀ ਤੋਂ ਬਾਅਦ ਮਾਰਿਆ ਗਿਆ? ਜ਼ਿਆਦਤੀ ਤੋਂ ਬਾਅਦ। ਤੁਹਾਡਾ ਵੀ ਇਹੀ ਸ਼ੱਕ ਹੈ? ਸਾਡਾ ਵੀ ਇਹੀ ਸ਼ੱਕ ਹੈ। ਸਾਡਾ ਵੀ यही शक होई। नाज़रीन एक ज़हनी माजूर बच्ची जिसको लोग अपने इलाके में पीरों की तरह पूजते हैं उससे दुआएं करवाते हैं लेकिन इस हवस परस्त ने उस बच्ची की जान ले ली। अच्छा कभी गई नहीं आई नहीं ਉਹਨਾਂ ਦੇ ਉੱਥੇ ਮੈਂ ਸੁਣਿਆ ਹੀ ਨਹੀਂ ਸੀ ਕਿ ਉਹਨਾਂ ਦੇ ਦਫ਼ਤਰ 'ਚ ਜਾ ਕੇ ਬਹਿੰਦੀ ਹੈ ਕਿਉਂਕਿ ਉਹ 11 ਨੰਬਰ ਗਲੀ ਉਰਲੇ ਪਾਸੇ ਉੱਥੇ ਬੈਠੀ ਰਹਿੰਦੀ ਇੱਕ ਪਕੌੜਿਆਂ ਵਾਲਾ ਇੱਕ ਪਰਚੂਨ ਵਾਲਾ ਇੱਕ ਉੱਥੇ ਮਹੱਲੇਦਾਰ ਹੈਗੇ ਨੇ ਦੇਗਾ ਵਾਲੇ ਉਹਨਾਂ ਦੇ ਘਰ ਬਹਿਣਾ ਖਲੋਣਾ ਪਾਣੀ ਪੀਣਾ ਰੋਟੀ ਖਾਣੀ ਐਸੇ ਦੁਕਾਨ ਦਾ ਸਾਨੂੰ ਕੋਈ ਪਤਾ ਨਹੀਂ ਕਿ ਇਹ ਉੱਥੇ ਗਈ ਹੈ ਨਹੀਂ ਜਾਂਦੀ ਇਹ ਕੋਈ ਸਾਨੂੰ ਨਹੀਂ ਪਤਾ। ਡੀਐਨਏ ਟੈਸਟ ਹੋ ਗਿਆ ਹੈ ਜਿਸ ਤਰ੍ਹਾਂ ਹੀ ਹੁਣ ਦੂਸਰਿਆਂ ਦਾ ਵੀ ਹੁੰਦਾ ਹੈ ਤੇ ਪਤਾ ਲੱਗ ਜਾਏਗਾ ਕਿ ਇਹਨਾਂ ਨੇ ਜ਼ਿਆਦਤੀ ਕੀਤੀ ਹੈ ਜਾਂ ਨਹੀਂ ਜ਼ਿਆਦਤੀ ਕੀਤੀ। ਹਲੇ ਤੇ ਇੱਕ ਇਲਜ਼ਾਮ ਹੈ ਨਾ ਉਹਨਾਂ ਦੇ ਉੱਤੇ ਵੀ। ਇਲਜ਼ਾਮ ਹੈਗਾ ਅਸੀਂ ਕਹਿੰਦੇ ਸਾਨੂੰ ਮੁਲਜ਼ਮ ਜਿਹੜੇ ਪੱਕੇ ਨੇ ਨਾ ਉਹ ਦਵੋ ਕਿਉਂਕਿ ਅੱਗੇ ਅਗਲੀ ਗਲੀਆਂ ਦੇ ਵਿੱਚੋਂ ਜਿੱਥੇ ਲੱਭੀ ਨਾਲੇ ਤੱਕ ਤੂੰ ਜਾ ਸਕਦੀ ਨਹੀਂ ਐਡੀ ਦੂਰ। ਪਹਿਲੇ ਉਧਰ ਚਲੀ ਜਾਂਦੀ ਸੀ ਸ਼ਾਦਬਾਗ ਵਾਲੇ ਪਾਸੇ? ਸ਼ਾਦਬਾਗ ਵਾਲੇ ਨੇ ਗੁੱਜਰਪੁਰੇ ਵਾਲੇ ਨੂੰ ਪਾਸੇ ਗਈ। ਅੱਛਾ ਇੱਥੋਂ ਹੀ ਕਹਿੰਦੇ ਨੇ ਲਾਸ਼ ਟਾਇਰ ਦੀ ਗਈ ਉਹਦੀ। ਅੱਛਾ ਪਤਾ ਹੀ ਨਹੀਂ ਕਿ ਕਦੀ ਉਸ ਨਾਲੇ ਵਾਲੇ ਪਾਸੇ ਹੀ ਨਹੀਂ ਕਦੀ ਉਹ ਗਈ। ਆਪਣੇ ਇਲਾਕੇ 'ਚ ਇੱਥੇ 11 ਨੰਬਰ ਗਲੀ ਦੀਆਂ ਬਰੀਆ ਦੇ ਤੰਦੂਲਾ ਚੌਂਕੀ 'ਚ ਜਾਂਦੀ ਸੀ ਅੱਗੇ ਤੋਂ ਕਦੀ ਗਈ ਨਹੀਂ ਹੈ। ਕਿ ਦੇਖੋ ਮੇਰਾ ਮੀਆਂ ਬੁੱਢਾ ਹੈ ਮਜ਼ਦੂਰੀ ਕਰਦਾ ਹੈ ਆਪਣੇ ਬੱਚੇ ਪਾਲਨੇ ਅਸੀਂ ਕਿਸੇ ਕੋਲੋਂ ਭੀਖ ਤਾਂ ਮੰਗਦੇ ਹੀ ਨਹੀਂ। ਬਾਕੀ ਅੱਲਾ ਕੋਈ ਕਿਸੇ ਨੂੰ ਖੁਦਾ ਖੋਫੀ ਹੈ ਤੇ ਕੋਈ ਦੇ ਸਕਦਾ ਹੈ ਸਾਨੂੰ। ਬਾਕੀ ਦੂਸਰੇ ਨੰਬਰ ਤੇ ਇਹ ਮੇਰੇ ਮੁਜਰਮ ਜਿਹੜੇ ਨੇ ਨਾ ਬੱਚੀ ਦੇ ਇਹਨਾਂ ਨੂੰ ਮੈਂ ਗ੍ਰਿਫਤਾਰ ਕਰਾ ਕੇ ਇਹਨਾਂ ਨੂੰ ਸਜ਼ਾ ਦਿਵਾਉਣਾ ਚਾਹੁੰਦੀ ਹਾਂ। ਅਲੀਮ ਖਾਨ ਸਾਹਿਬ ਜਿਹੜੇ ਸਾਡੇ ਇਲਾਕੇ ਦੇ ਨੇ ਇਹਨਾਂ ਨੂੰ ਚਾਹੀਦਾ ਮੇਰੇ ਨਾਲ ਤਾਮਨ ਕਰਕੇ ਮੇਰੇ ਮੁਜਰਮ ਪ੍ਰਾਣ ਉਹਨਾਂ ਨੂੰ ਵੀ ਨੱਕ ਸਜ਼ਾ ਦੇਣ ਇਹਨਾਂ ਦੇ ਇਲਾਕੇ ਦਾ ਨਾਮ ਵਧੇ ਕਿ ਵਾਕਈ ਇਹਨਾਂ ਦੇ ਇਲਾਕੇ ਦੇ ਵਿੱਚ ਇਹ ਬੰਦਾ ਖਲੋਤਾ ਹੈ ਇਹਨੇ ਇਹ ਕੰਮ ਕੀਤਾ ਜਾਵੇ ਅੱਗੋਂ ਕੋਈ ਇਹੋ ਜਿਹਾ ਬੰਦਾ ਦਰਿੰਦਾ ਨਾ ਹੋਵੇ। बहुत शुक्रिया माँ जी। अलीम खान जिससे हमें बड़ी उम्मीदें वाबस्ता थी वो हमारे एमएनए भी हैं वो मसीहा भी हैं। हमें आज अलीम खान का इंतज़ार है कि अलीम खान आएगा और हमें इंसाफ दिलाएगा। यकीनन इनको इंसाफ मिलना चाहिए। अगर ये समझते हैं कि ज़्यादती करके मारा गया किसी ने वैसे मारा पोस्टमार्टम हुआ पोस्टमार्टम रिपोर्ट का इंतज़ार है डीएनए हो गया जहां पर वो रुकी डीएनए रिपोर्ट्स का इंतजार है। आज ये बूढ़ी माँ पलके बचाए बैठी है उस शोएब सदीकी का इंतजार कर रही हैं उस अलीम खान का इंतजार कर रही हैं कि कब अलीम खान आएगा और हमें इंसाफ दिलाएगा। नाज़रीन आपने इन सब की बातें सुनी कमेंट बॉक्स में अपनी राय से ज़रूर आगाह कीजिएगा। इजाज़त दीजिए अल्लाह निगहबान।